ਕਿਉਂਕਿ ਸਾਨੂੰ ਵੀ ਪਤਾ ਸੈਂਟਰ 'ਚ ਬੈਠੇ ਬੰਦੇ ਤਾਂ ਇਹੀ ਕਹਿ ਰਹੇ ਹੋਣਗੇ ਕਿ ਇਹਨਾਂ 10 ਦਿਨ ਧਰਨੇ ਲਾਉਣੇ ਆ, ਮਹੀਨਾ ਲਾ ਲੈਣਗੇ, 2 ਮਹੀਨੇ ਲਾ ਲੈਣਗੇ, ਆਖਰ ਤਾਂ ਉੱਠਣਾ ਹੀ ਪੈਣਾ। ਅਸੀਂ ਤਾਂ ਬਿੱਲ ਜਿਹੜੇ ਆ ਉਹ ਤਾਂ ਪਾਸ ਕਰਤੇ, ਅਸੀਂ ਤਾਂ ਵਾਪਸ ਲੈਣ ਨਹੀਂ ਲੱਗੇ। ਤੁਸੀਂ ਵੀ ਹੁਣ ਖੁੱਲ੍ਹ ਕੇ ਸਟੇਜਾਂ ਤੇ ਬੋਲਦੇ ਪਏ ਜੇ ਸਰਕਾਰਾਂ ਦੇ ਖਿਲਾਫ, ਕੀ ਲੱਗਦਾ ਨਹੀਂ ਕਿ ਆਉਣ ਵਾਲੇ ਫਿਊਚਰ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਵੀਰ ਸਿੰਘ ਨੂੰ? ਆਪਣੇ ਆਪ 'ਚ ਕਈ ਵਾਰੀ ਸ਼ਰਮਸਾਰ ਹੁੰਦਾ ਹੈ ਕਿ ਯਾਰ ਇੰਨਾ ਚਿਰ ਆਪਾਂ ਕਿੱਥੇ ਸੀਗੇ। ਮੈਂ ਪਿਛਲੇ 3 ਸਾਲ ਤੋਂ ਹੀ ਪੰਜਾਬ ਬਾਰੇ ਸਾਰੀ ਨੌਲੇਜ ਇਕੱਠੀ ਕਰਨੀ ਸ਼ੁਰੂ ਕੀਤੀ ਵੀ ਕਿੱਥੇ ਕਿੱਥੇ ਸਾਡੇ ਪਾਣੀਆਂ ਦੇ ਮਸਲੇ ਖਲੋਤੇ ਆ, ਇਲੈਕਟ੍ਰਿਸਿਟੀ ਦਾ ਆ, ਜਾਂ ਸੜਕਾਂ ਦੇ ਮਸਲੇ ਆ, ਟੋਲ ਟੈਕਸ ਆਪਾਂ ਭਰ ਰਹੇ ਹਾਂ, ਜੋ ਵੀ ਆ ਇਹਨਾਂ ਚੀਜ਼ਾਂ ਬਾਰੇ ਸਾਰਾ ਜਿਹੜਾ 3 ਸਾਲ ਪਹਿਲਾਂ ਹੀ ਸ਼ੁਰੂ ਕੀਤਾ। ਤਾਂ ਮਨ 'ਚ ਆਉਂਦਾ ਕਿ ਪਿਛਲੇ ਸਾਲ 'ਚ ਮੈਂ ਕਿੱਥੇ ਸੀਗਾ, ਮੈਂ ਕਿਉਂ ਨਹੀਂ ਕੀਤਾ। ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਮੈਨੂੰ ਕੀ ਲੋੜ ਹੈ, ਮੈਂ ਤਾਂ ਸੁਖੀ ਬੈਠਾ। ਪਰ ਨਹੀਂ, ਇਹ ਪੀੜ ਤੁਹਾਨੂੰ ਜਿਹੜੀ ਹੈ ਨਾ ਇਹ ਸਮਝਣੀ ਪਊਗੀ। ਪੰਜਾਬ ਦੀਆਂ ਸਾਂਝੀਆਂ ਮੰਗਾਂ ਨੂੰ ਕਦੇ ਕਿੱਤੇ ਨਾਲ ਜੋੜ ਦਿੱਤਾ ਗਿਆ, ਕਦੇ ਕਿਸੇ ਧਾਰਮਿਕ ਸੰਸਥਾ ਨਾਲ ਜੋੜ ਦਿੱਤਾ ਗਿਆ, ਕਦੇ ਪੋਲੀਟਿਕਸ ਦੇ ਨਾਲ ਜੋੜ ਦਿੱਤਾ ਗਿਆ ਕਿ ਜੇ ਇੱਕ ਪਾਰਟੀ ਮੰਗ ਕਰ ਰਹੀ ਹੈ ਦੂਜੀ ਪਾਰਟੀ ਕਹਿ ਦਿੰਦੀ ਹੈ ਕਿ ਨਹੀਂ ਇਹ ਉਹ ਕਰ ਰਹੇ ਆ, ਉਹਨਾਂ ਦੀ ਮੰਗ ਜਾਇਜ਼ ਨਹੀਂ ਜਾਂ ਨਾਜਾਇਜ਼ ਹੈ ਜਾਂ ਕਿੱਦਾਂ। ਇਹ ਮਸਲੇ ਰਹੇ ਨੇ, ਪਰ ਇਸ ਵਾਰੀ ਏਕਤਾ ਦੇਖਣ ਨੂੰ ਮਿਲ ਰਹੀ ਆ। ਅਜੇ ਵੀ ਕਈ ਸੰਗਠਨ ਜਿਹੜੇ ਆ ਉਹ ਇਸ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਵਿੱਚ ਹੈਗੇ ਨੇ, ਪਰ ਮੈਂ ਬੇਨਤੀ ਕਰੂੰਗਾ ਕਿ ਜਦੋਂ ਬੇਗਾਨਾ ਬੰਦਾ ਭਰਾ ਨੂੰ ਹੱਥ ਪਾਉਂਦਾ ਹੁੰਦਾ ਤਾਂ ਦੋਵਾਂ ਭਰਾਵਾਂ ਨੂੰ ਇਕੱਠਿਆਂ ਹੀ ਲੜਨਾ ਪੈਂਦਾ ਹੈ। ਸ਼ਹਿਰਾਂ 'ਚ ਬੈਠਿਆਂ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਸਾਰਾ ਕੁਝ ਠੀਕ ਹੈ। ਜਦੋਂ ਅਸੀਂ ਪਰਿਵਾਰ ਦੇ ਸੁੱਖਾਂ 'ਚ ਬੈਠੇ ਹੁੰਦੇ ਹਾਂ, ਸਾਨੂੰ ਨਹੀਂ ਪਤਾ ਲੱਗਦਾ ਕਿ ਬਾਹਰ ਕੀ ਅੱਗ ਲੱਗੀ ਹੋਈ ਹੈ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਬਿਕੋਜ਼ ਇਹ ਅੱਗ ਕਿਹੜੇ ਵੇਲੇ ਸਾਡੇ ਘਰ ਨੂੰ ਲੱਗ ਜਾਊਗੀ, ਸਾਨੂੰ ਪਤਾ ਵੀ ਨਹੀਂ ਲੱਗਣਾ। ਖੇਤੀ ਸੁਧਾਰ ਬਿੱਲਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਲੇਕਿਨ ਜਦੋਂ ਬਿੱਲ ਕਾਨੂੰਨ ਦਾ ਰੂਪ ਲੈ ਗਏ ਤੇ ਕਿਸਾਨਾਂ ਦਾ ਵਿਰੋਧ ਵੀ ਜਿਹੜਾ ਹੋਰ ਤੇਜ਼ ਹੁੰਦਾ ਗਿਆ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ। ਰਿਲਾਇੰਸ ਦੇ ਪੈਟਰੋਲ ਪੰਪ ਰੋਕੇ ਗਏ ਆ, ਟੋਲ ਪਲਾਜ਼ੇ ਰੋਕੇ ਗਏ ਆ ਤੇ ਹੋਰ ਕਈ ਵੱਡੇ ਮੋਲਾਂ ਦੇ ਅੱਗੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਸੇ ਤਰ੍ਹਾਂ ਹੀ ਉਹਨਾਂ ਦੇ ਹੱਕ ਵਿੱਚ ਪੰਜਾਬੀ ਕਲਾਕਾਰ ਵੀ ਉਹਨਾਂ ਦੇ ਹੱਕਾਂ ਵਿੱਚ ਆਣ ਖਲੋਤੇ। ਕਈ ਸਿੱਖ ਜਥੇਬੰਦੀਆਂ ਉਹਨਾਂ ਦੇ ਹੱਕਾਂ ਵਿੱਚ ਆਣ ਖਲੋਤੀਆਂ। ਅੱਜ ਲੁਧਿਆਣੇ ਦੇ ਸ਼ਹਿਰ ਵਾਸੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕੀਤਾ ਗਿਆ ਸੀ। ਉਹਨਾਂ ਦੇ ਹੱਕ 'ਚ ਗੱਲ ਕਰਨ ਲਈ ਵੀਰ ਸਿੰਘ ਜੀ ਵੀ ਪਹੁੰਚੇ ਸੀ, ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹਿਰ ਵਾਸੀਆਂ ਵੱਲੋਂ ਅੱਜ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕੀਤਾ ਗਿਆ, ਕਿਸ ਤਰ੍ਹਾਂ ਦੇਖਦੇ ਪਏ ਇਸ ਨੂੰ? ਪਹਿਲੀ ਗੱਲ ਤਾਂ ਇਹ ਬੜਾ ਸ਼ਲਾਘਾਯੋਗ ਕਦਮ ਹੈ। ਕੰਗ੍ਰੈਚੁਲੇਸ਼ਨਸ ਟੂ ਐਵਰੀ ਸਿਟੀਜ਼ਨ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਆ। ਪੰਜਾਬ ਹਮੇਸ਼ਾ ਵਿਤਕਰਿਆਂ ਦਾ ਸ਼ਿਕਾਰ ਰਿਹਾ ਹੈ ਕਿਉਂਕਿ ਪੰਜਾਬ ਦੀਆਂ ਸਾਂਝੀਆਂ ਮੰਗਾਂ ਨੂੰ ਕਦੇ ਕਿੱਤੇ ਨਾਲ ਜੋੜ ਦਿੱਤਾ ਗਿਆ, ਕਦੇ ਕਿਸੇ ਧਾਰਮਿਕ ਸੰਸਥਾ ਨਾਲ ਜੋੜ ਦਿੱਤਾ ਗਿਆ, ਕਦੇ ਪੋਲੀਟਿਕਸ ਦੇ ਨਾਲ ਜੋੜ ਦਿੱਤਾ ਗਿਆ ਕਿ ਜੇ ਇੱਕ ਪਾਰਟੀ ਮੰਗ ਕਰ ਰਹੀ ਹੈ ਦੂਜੀ ਪਾਰਟੀ ਕਹਿ ਦਿੰਦੀ ਹੈ ਕਿ ਨਹੀਂ ਇਹ ਉਹ ਕਰ ਰਹੇ ਆ, ਉਹਨਾਂ ਦੀ ਮੰਗ ਜਾਇਜ਼ ਨਹੀਂ ਜਾਂ ਨਾਜਾਇਜ਼ ਹੈ ਜਾਂ ਕਿੱਦਾਂ। ਇਹ ਮਸਲੇ ਰਹੇ ਨੇ, ਪਰ ਇਸ ਵਾਰੀ ਏਕਤਾ ਦੇਖਣ ਨੂੰ ਮਿਲ ਰਹੀ ਆ। ਅਜੇ ਵੀ ਕਈ ਸੰਗਠਨ ਜਿਹੜੇ ਆ ਉਹ ਇਸ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਵਿੱਚ ਹੈਗੇ ਨੇ, ਪਰ ਮੈਂ ਬੇਨਤੀ ਕਰੂੰਗਾ ਕਿ ਜਦੋਂ ਬੇਗਾਨਾ ਬੰਦਾ ਭਰਾ ਨੂੰ ਹੱਥ ਪਾਉਂਦਾ ਹੁੰਦਾ ਤਾਂ ਦੋਵਾਂ ਭਰਾਵਾਂ ਨੂੰ ਇਕੱਠਿਆਂ ਹੀ ਲੜਨਾ ਪੈਂਦਾ ਹੈ। ਸੋ ਉਸ ਚੀਜ਼ ਦੇ ਉੱਤੇ ਕਿਰਪਾ ਕਰਕੇ ਗੌਰ ਕਰੋ ਅਤੇ ਏਕਤਾ ਬਣਾਈ ਰੱਖੋ। ਤੁਸੀਂ ਇੱਕ ਪੰਜਾਬੀ ਇੰਡਸਟਰੀ ਨਾਲ ਤਾਲੁਕ ਰੱਖਦੇ ਜੇ ਪੰਜਾਬੀ ਕਲਾਕਾਰ ਜਦੋਂ ਕਿਸਾਨਾਂ ਦੇ ਹੱਕ 'ਚ ਆਏ, ਅੱਜ ਦੀ ਗੱਲ ਵੀ ਕਰ ਲਈਏ ਤਾਂ ਲਗਾਤਾਰ ਹੀ ਸੋਸ਼ਲ ਮੀਡੀਆ 'ਤੇ ਕਲਾਕਾਰਾਂ ਦਾ ਵਿਰੋਧ ਕੀਤਾ ਜਾ ਰਿਹਾ। ਕਿਹਾ ਜਾਂਦਾ ਕਿ ਇਹ ਕਿਸਾਨੀ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੇ ਪਏ। ਕਿਸ ਤਰ੍ਹਾਂ ਦੇਖਦੇ ਹੋ ਉਸ ਬਿਆਨ? ਦੇਖੋ, ਇਹਦੇ ਵਿੱਚ ਨਾ ਇੱਕ ਮਸਲਾ ਆ, ਜੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਸਾਡੇ ਤੋਂ ਬਹੁਤ ਚਿਰ ਪਹਿਲਾਂ ਦੀਆਂ ਕੰਮ ਕਰ ਰਹੀਆਂ ਨੇ, ਅਸੀਂ ਤਾਂ ਹੁਣ ਉਹਨਾਂ ਦੇ ਨਾਲ ਜੁੜੇ ਹਾਂ, ਪਰ ਉਹਨਾਂ ਨੂੰ ਕੰਮ ਕਰਦਿਆਂ ਬਹੁਤ ਸਮਾਂ ਹੋ ਗਿਆ। ਕਈ ਆਗੂ ਜਿਹੜੇ ਨੇ ਉਹ ਪਿਛਲੇ 40 50 ਸਾਲ ਤੋਂ ਵੀ ਨਾਲ ਉਹਨਾਂ ਦੇ ਜੁੜੇ ਹੋਏ ਨੇ। ਸੋ ਮੈਂ ਉੱਥੇ ਇਹ ਬੇਨਤੀ ਕਰਦਾ ਹਾਂ ਕਿ ਹਰ ਕਿਸੇ ਦੀ ਆਪਣੀ ਆਪਣੀ ਭੂਮਿਕਾ ਹੈ। ਜਿਹੜਾ ਇਕੱਠ ਇੱਕ ਗੀਤਕਾਰ ਜਾਂ ਇੱਕ ਸਿੰਗਰ ਜਾਂ ਇੱਕ ਕੋਈ ਉਹ ਪਰਸਨ ਜਿਹੜਾ ਮੀਡੀਆ ਨਾਲ ਵਾਸਤਾ ਰੱਖਦਾ, ਜਿਹੜਾ ਇਕੱਠ ਉਹ ਕਰ ਸਕਦਾ ਹੈ, ਉਹ ਆਮ ਲੋਕ ਨਹੀਂ ਕਰ ਸਕਦੇ। ਅਤੇ ਉਹ ਜਿਹੜਾ ਇਕੱਠ ਕਰਕੇ ਦਿੰਦੇ ਆ ਤੁਹਾਨੂੰ, ਉਹਦੇ ਗਾੜੀ ਆਪਣੀ ਗੱਲ ਰੱਖਣੀ ਸ਼ੁਰੂ ਕਰੋ। ਇਹ ਦੇਖਣਾ ਪਊਗਾ ਸਾਨੂੰ। ਜਿੱਦਾਂ ਹੁਣ ਜੇ ਤੁਸੀਂ ਸੂਈ ਲੈ ਕੇ ਕਹੋਗੇ ਕਿ ਮੈਂ ਜੰਗ ਲੜ ਲਵਾਂ ਤਾਂ ਨਹੀਂ ਲੜ ਸਕਦੇ, ਅਤੇ ਜੇ ਕਿਰਪਾਨ ਲੈ ਕੇ ਕਹੋਗੇ ਮੈਂ ਕੱਪੜੇ ਸੀ ਲਵਾਂ ਤਾਂ ਨਹੀਂ ਸੀ ਸਕਦੇ। ਸੋ ਹਰ ਕਿਸੇ ਦੀ ਭੂਮਿਕਾ ਨੂੰ ਸਮਝਣ ਦੀ ਲੋੜ ਹੈ। ਇਹ ਵਿਤਕਰਿਆਂ ਦੇ ਵਿੱਚ ਪੈਣ ਦਾ ਸਮਾਂ ਨਹੀਂ ਹੈ। ਇਹ ਸਾਨੂੰ ਇਹ ਦੇਖਣਾ ਪਊ ਕਿਹੜਾ ਬੰਦਾ ਸੰਘਰਸ਼ ਦੇ ਵਿੱਚ ਕਿਸ ਕੰਮ ਆਉਂਦਾ। ਸੋ ਉਹਦੇ ਤੋਂ ਉਹੀ ਕੰਮ ਲਿਆ ਜਾਵੇ, ਉਹਨੂੰ ਦੂਸਰੀ ਚੀਜ਼ ਬਾਰੇ ਨਾ ਕਿਹਾ ਜਾਵੇ। ਪੰਜਾਬੀ ਲੋਕ ਗੀਤ ਆ ਗਏ ਕਿਸਾਨਾਂ ਦੇ ਹੱਕ 'ਚ, ਕਈ ਤਰ੍ਹਾਂ ਦੇ ਗੀਤ ਜਿਹੜੇ ਰਿਲੀਜ਼ ਹੋ ਗਏ ਆ। ਤੁਸੀਂ ਵੀ ਹੁਣ ਖੁੱਲ੍ਹ ਕੇ ਸਟੇਜਾਂ 'ਤੇ ਬੋਲਦੇ ਪਏ ਜੇ ਸਰਕਾਰਾਂ ਦੇ ਖਿਲਾਫ, ਕੀ ਲੱਗਦਾ ਨਹੀਂ ਕਿ ਆਉਣ ਵਾਲੇ ਫਿਊਚਰ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਵੀਰ ਸਿੰਘ ਨੂੰ? ਜੇ ਪੈ ਜਾਏਗਾ ਤਾਂ ਦੇਖਾਂਗੇ ਜੀ, ਇਹਦੇ 'ਚ ਕੋਈ ਮਸਲਾ ਨਹੀਂ। ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਸੱਚ ਬੋਲਣਾ ਬੰਦ ਕਰ ਦੇਵਾਂਗੇ। ਜਿੱਦਾਂ ਕਹਿੰਦੇ ਨਾ, ਜੇ ਰੋਟੀ 'ਤੇ ਮੱਖੀ ਬੈਠੀ ਹੋਵੇ ਤਾਂ ਖਾਧੀ ਨਹੀਂ ਜਾਂਦੀ ਹੈ ਨਾ। ਸੋ ਜੇ ਸਾਹਮਣੇ ਮੱਖੀ ਦਿਖ ਗਈ ਆ ਤਾਂ ਤੁਸੀਂ ਫਿਰ ਵੀ ਰੋਟੀ ਖਾ ਲਓ,
ਤਾਂ ਫਿਰ ਇਹ ਤਾਂ ਨਲਾਇਕੀ ਆ ਨਾ, ਇਹ ਸਾਡੇ ਕੋਲੋਂ ਨਹੀਂ ਹੁੰਦੀ। ਅੱਜ ਲੁਧਿਆਣੇ 'ਚ ਸ਼ਹਿਰ ਵਾਸੀਆਂ ਦਾ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੁਸੀਂ ਸਟੇਜ ਤੇ ਸੰਬੋਧਨ ਵੀ ਕੀਤਾ, ਕੀ ਲੱਗਦਾ ਕਿ ਹੁਣ ਸ਼ਹਿਰ ਵਾਸੀ ਜਾਗਰੂਕ ਹੋ ਰਹੇ ਨੇ? ਮੈਂ ਇਹ ਨਹੀਂ ਕਹੂੰਗਾ ਕਿ ਮੁਕੰਮਲ ਤੌਰ 'ਤੇ ਸਾਰੇ ਸ਼ਹਿਰ ਨੇ ਪਾਰਟਿਸਿਪੇਟ ਕੀਤਾ ਆ। ਇਕੱਠ ਦੇ ਵਿੱਚ ਕੁਝ ਬੰਦਿਆਂ ਦੇ ਆਉਣ ਦੀ ਉਮੀਦ ਸੀ ਜਿਹੜੇ ਨਹੀਂ ਵੀ ਪਹੁੰਚੇ। ਮੈਂ ਉਹਨਾਂ ਨੂੰ ਫਿਰ ਇਹ ਕਹੂੰਗਾ ਕਿ ਸ਼ਹਿਰਾਂ 'ਚ ਬੈਠਿਆਂ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਸਾਰਾ ਕੁਝ ਠੀਕ ਹੈ। ਜਦੋਂ ਅਸੀਂ ਪਰਿਵਾਰ ਦੇ ਸੁੱਖਾਂ 'ਚ ਬੈਠੇ ਹੁੰਦੇ ਹਾਂ, ਸਾਨੂੰ ਨਹੀਂ ਪਤਾ ਲੱਗਦਾ ਕਿ ਬਾਹਰ ਕੀ ਅੱਗ ਲੱਗੀ ਹੋਈ ਆ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ, ਬਿਕੋਜ਼ ਇਹ ਅੱਗ ਕਿਹੜੇ ਵੇਲੇ ਸਾਡੇ ਘਰ ਨੂੰ ਲੱਗ ਜਾਊਗੀ ਸਾਨੂੰ ਪਤਾ ਵੀ ਨਹੀਂ ਲੱਗਣਾ। ਸੋ ਥੋੜ੍ਹੇ ਜਾਗਰੂਕ ਰਹਿਣ ਦੀ ਲੋੜ ਹੈ, ਸੁਚੇਤ ਰਹਿਣ ਦੀ ਲੋੜ ਆ। ਅਤੇ ਇਹ ਮੰਗਾਂ ਬਿਲਕੁਲ ਜਾਇਜ਼ ਨੇ, ਕੁਛ ਵੀ ਇਹਦੇ 'ਚ ਇਲੀਗਲ ਨਹੀਂ ਆ। ਜੇ ਆਪਾਂ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦੇ ਤਾਂ ਫਿਰ ਇਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ। ਕਈ ਸ਼ਹਿਰ ਵਾਸੀ ਡਰਦੇ ਵੀ ਨਹੀਂ ਆਉਂਦੇ ਕਿ ਕੁਝ ਮੀਡੀਆ ਕਰਮੀ ਇੱਦਾਂ ਦੇ ਹੁੰਦੇ, ਉਹ ਜਾਣ ਕੇ ਉਹਨਾਂ ਕੋਲ ਸਵਾਲ ਪੁੱਛਦੇ 3 ਬਿੱਲਾਂ ਬਾਰੇ ਦੱਸੋ, ਉਹ ਸਵਾਲ ਜਵਾਬ ਨਹੀਂ ਪਤਾ ਹੁੰਦਾ। ਕਈ ਡਰਦੇ ਹੀ ਇਸ ਕਰਕੇ ਨਹੀਂ ਆਉਂਦੇ ਕਿ ਉਹਨਾਂ ਲੋਕਾਂ ਨੂੰ ਜਾਗਰੂਕ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਸ਼ਹਿਰ ਵਾਸੀਆਂ ਨੂੰ। ਦੇਖੋ, ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੇ ਬਿੱਲਸ ਨੇ ਇਹਨਾਂ ਦੇ ਅਸੀਂ ਪਰਚੇ ਵੰਡੇ ਨੇ ਕਿ 3 ਬਿੱਲ ਹੈ ਕੀ, ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਸੋ ਸਾਡਾ ਸਾਡਾ ਮਕਸਦ ਜਿਹੜਾ ਅਵੇਅਰਨੈਸ ਹੀ ਆ, ਕਿਉਂਕਿ ਸਾਨੂੰ ਵੀ ਪਤਾ ਸੈਂਟਰ 'ਚ ਬੈਠੇ ਬੰਦੇ ਤਾਂ ਇਹੀ ਕਹਿ ਰਹੇ ਹੋਣਗੇ ਕਿ ਇਹਨਾਂ 10 ਦਿਨ ਧਰਨੇ ਲਾਉਣੇ ਆ, ਮਹੀਨਾ ਲਾ ਲੈਣਗੇ, 2 ਮਹੀਨੇ ਲਾ ਲੈਣਗੇ, ਆਖਰ ਤਾਂ ਉੱਠਣਾ ਹੀ ਪੈਣਾ। ਅਸੀਂ ਤਾਂ ਬਿੱਲ ਜਿਹੜੇ ਆ ਉਹ ਤਾਂ ਪਾਸ ਕਰਤੇ, ਅਸੀਂ ਤਾਂ ਵਾਪਸ ਲੈਣ ਨਹੀਂ ਲੱਗੇ। ਪਰ ਇਹਦੇ ਨਾਲ ਇਹ ਹੈ ਕਿ ਜਿਹੜੇ ਇਹ ਧਰਨੇ ਨੇ, ਇਹਦੇ ਨਾਲ ਜਿਹੜੇ ਇਕੱਠ ਹੋ ਰਹੇ ਨੇ, ਕਿਤੇ ਨਾ ਕਿਤੇ ਇੱਕ ਅਵੇਅਰਨੈਸ ਸ਼ੁਰੂ ਹੋਈ ਹੈ। ਪੰਜਾਬ ਦੇ ਹਿੱਸੇ ਹਮੇਸ਼ਾ ਲਾ ਰਹੀ ਆਏ ਨੇ, ਤਾਂ ਐਟਲੀਸਟ ਇਸ ਵਾਰੀ ਜੇ ਅਸੀਂ ਸਾਰੇ ਜਾਗਰੂਕ ਹੁੰਦੇ ਹਾਂ, ਜੇ ਅਸੀਂ ਰਲ ਕੇ ਇਹ ਕੈਂਪੇਨ ਨੂੰ ਲੰਬੇ ਸਮੇਂ ਤੱਕ ਰਨ ਕਰ ਲੈਂਦੇ ਹਾਂ, ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ। ਐਜੂਕੇਸ਼ਨ ਸਿਸਟਮ ਇੱਕ ਪਾਸੇ ਆ, ਪਰ ਜਿਹੜੀ ਐਜੂਕੇਸ਼ਨ ਇੱਕ ਇਨਸਾਨੀਅਤ ਤੌਰ 'ਤੇ ਚਾਹੀਦੀ ਹੁੰਦੀ ਆ। ਜੇ ਆਪਾਂ ਕਹੀਏ ਕਿ ਪੜ੍ਹਿਆ ਲਿਖਿਆ ਆ ਅਤੇ ਇਹ ਇਮਾਨਦਾਰ ਵੀ ਹੋ ਸਕਦਾ, ਤਾਂ ਇੱਦਾਂ ਦੀ ਗੱਲ ਤਾਂ ਨਹੀਂ ਆ। ਪੜ੍ਹਿਆ ਲਿਖਿਆ ਤਾਂ ਚੰਗਾ ਇਨਸਾਨ ਵੀ ਹੋ ਸਕਦਾ, ਇਹ ਗੱਲ ਨਹੀਂ ਆ। ਸੋ ਕਦਰਾਂ ਕੀਮਤਾਂ ਪਲੱਸ ਤੁਹਾਡੇ ਜਿਹੜੇ ਹਿਊਮਨ ਰਾਈਟਸ ਹੈ ਉਹਦੇ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਕਿੱਥੇ ਕਿੱਥੇ ਵਿਤਕਰੇ ਪਾ ਕੇ ਸਾਨੂੰ ਲੜਾ ਕੇ ਤਮਾਸ਼ਾ ਦੇਖਿਆ ਜਾਂਦਾ ਹੈ। ਦਿਮਾਗ ਨੂੰ ਵਰਤਣਾ ਕਿੱਥੇ ਹੈ। ਐਜੂਕੇਸ਼ਨ ਤਾਂ ਤੁਸੀਂ ਲੈ ਲਈ, ਐਜੂਕੇਸ਼ਨ ਦੇ ਫਾਇਦੇ ਨੁਕਸਾਨ ਕੀ ਨੇ ਉਹ ਚੀਜ਼ਾਂ ਦੇ ਵਿੱਚੋਂ ਜ਼ਿੰਦਗੀ 'ਚ ਵਿਚਰ ਕੇ ਹੀ ਪਤਾ ਲੱਗਦਾ। ਸੋ ਹੁਣ ਸੰਘਰਸ਼ ਜਿਹੜਾ ਹੈ ਉਹਦਾ ਮੇਨ ਮਕਸਦ ਇਹੋ ਆ ਕਿ ਆਪਾਂ ਇਹਨਾਂ ਬੱਚਿਆਂ ਨੂੰ, ਜਿਹੜੇ ਮੇਰੇ ਵਰਗੇ ਜਿਹੜੇ ਸੁੱਤੇ ਪਏ ਸੀਗੇ, ਕਿਉਂਕਿ ਮੈਂ ਵੀ ਆਪਣੇ ਆਪ 'ਚ ਕਈ ਵਾਰੀ ਸ਼ਰਮਸਾਰ ਹੁੰਦਾ ਆ ਕਿ ਯਾਰ ਇੰਨਾ ਚਿਰ ਆਪਾਂ ਕਿੱਥੇ ਸੀਗੇ। ਮੈਂ ਪਿਛਲੇ 3 ਸਾਲ ਤੋਂ ਹੀ ਪੰਜਾਬ ਬਾਰੇ ਸਾਰੀ ਨੌਲੇਜ ਇਕੱਠੀ ਕਰਨੀ ਸ਼ੁਰੂ ਕੀਤੀ ਵੀ ਕਿੱਥੇ ਕਿੱਥੇ ਸਾਡੇ ਪਾਣੀਆਂ ਦੇ ਮਸਲੇ ਖਲੋਤੇ ਆ, ਇਲੈਕਟ੍ਰੀਸਿਟੀ ਦਾ ਆ, ਜਾਂ ਸੜਕਾਂ ਦੇ ਮਸਲੇ ਆ, ਟੋਲ ਟੈਕਸ ਆਪਾਂ ਭਰ ਰਹੇ ਹਾਂ, ਜਾਂ ਜੋ ਵੀ ਆ, ਇਹਨਾਂ ਚੀਜ਼ਾਂ ਬਾਰੇ ਸਾਰਾ ਜਿਹੜਾ 3 ਸਾਲ ਪਹਿਲਾਂ ਹੀ ਸ਼ੁਰੂ ਕੀਤਾ। ਤਾਂ ਮਨ 'ਚ ਆਉਂਦਾ ਕਿ ਪਿਛਲੇ ਸਾਲਾਂ 'ਚ ਮੈਂ ਕਿੱਥੇ ਸੀਗਾ, ਮੈਂ ਕਿਉਂ ਨਹੀਂ ਕੀਤਾ। ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਮੈਨੂੰ ਕੀ ਲੋੜ ਹੈ, ਮੈਂ ਤਾਂ ਸੁਖੀ ਬੈਠਾ। ਪਰ ਨਹੀਂ, ਇਹ ਪੀੜ ਤੁਹਾਨੂੰ ਜਿਹੜੀ ਆ ਨਾ ਇਹ ਸਮਝਣੀ ਪਊਗੀ, ਕਿਉਂਕਿ ਜਦੋਂ ਤੁਸੀਂ ਪਰਿਵਾਰਾਂ ਬਾਰੇ ਸੋਚਦੇ ਰਹੋਗੇ ਫਿਰ ਤੁਸੀਂ ਕੌਮ ਦਾ ਜਾਂ ਤੁਸੀਂ ਆਪਣੇ ਪੰਜਾਬ ਦਾ ਭਲਾ ਨਹੀਂ ਸੋਚ ਸਕਦੇ ਹੈਗੇ। ਭਾਜਪਾ ਦੇ ਹਰ ਵੱਡੇ ਲੀਡਰ ਵੱਲੋਂ ਪੰਜਾਬ 'ਚ ਜਿੱਥੇ ਕਿਸਾਨ ਬੈਠੇ ਉਹਨਾਂ ਨੂੰ ਉੱਥੇ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਕਹਿ ਲਈਏ ਕਿ ਭਾਜਪਾ ਦੇ ਦਫ਼ਤਰਾਂ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਵੱਡੇ ਨੇਤਾਵਾਂ ਨਾਲ ਕਿਸਾਨਾਂ ਦੀ ਮੀਟਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹ ਬਿੱਲ ਰੱਦ ਕਰਨ ਨੂੰ ਤਾਂ ਮੰਨਣ ਹੀ ਨਹੀਂ ਰਹੇ। ਉਹ ਕਹਿ ਰਹੇ ਕਿ ਬਿੱਲ ਕਿਸਾਨ ਹਿਤੈਸ਼ੀ ਹੈ ਅਤੇ ਕਿਸਾਨਾਂ ਨੂੰ ਮਨਾਉਣ 'ਚ ਲੱਗੇ ਹੋਏ ਹੈ। ਕੀ ਇਸ ਤਰ੍ਹਾਂ ਹੋ ਸਕਦਾ ਕਿਸਾਨ ਮੰਨ ਸਕਦੇ ਆਉਣ ਵਾਲੇ ਟਾਈਮ 'ਚ ਅਗਰ ਸੰਘਰਸ਼ ਹੋਰ ਲੰਬਾ ਹੁੰਦਾ ਗਿਆ ਤਾਂ? ਦੇਖੋ, ਮੈਂ ਇੱਕ ਸਿੰਪਲ ਜੀ ਗੱਲ ਕਹਿਣਾ, ਮੈਂ ਤੁਹਾਨੂੰ ਕਹਾਂ ਕਿ ਭਾਈ ਸਾਹਿਬ ਤੁਸੀਂ ਰੋਟੀ ਖਾ ਲਓ, ਪਰ ਤੁਸੀਂ ਕਹੋ ਵੀ ਮੈਂ ਖਾਧੀ ਹੋਈ ਆ, ਮੈਂ ਨਹੀਂ ਖਾਣੀ, ਮੈਂ ਫਿਰ ਵੀ ਜ਼ਬਰਦਸਤੀ ਕਹਾਂ ਨਹੀਂ ਤੁਹਾਨੂੰ ਖਾਣੀ ਪੈਣੀ ਹੈ, ਇਹ ਚੰਗੀ ਹੈ, ਇਹ ਬਹੁਤ ਵਧੀਆ ਰੋਟੀ ਬਣੀ ਹੈ, ਮੈਂ ਤੁਹਾਨੂੰ ਬਾਰ-ਬਾਰ ਕੰਪੈਲ ਕਰਾਂ ਤਾਂ ਤੁਸੀਂ ਅੱਗੇ ਨੱਕੋ ਨੱਕ ਭਰੇ ਹੋਏ ਹੋ, ਤੁਸੀਂ ਨਹੀਂ ਖਾਓਗੇ, ਹੈ ਨਾ। ਉਹਦਾ ਰੀਜ਼ਨ ਇਹੀ ਹੈ ਕਿਉਂਕਿ ਤੁਸੀਂ ਰੱਜੇ ਹੋਏ ਆ, ਤੁਹਾਡੇ ਅੰਦਰ ਤ੍ਰਿਪਤੀ ਹੈਗੀ ਆ। ਤੁਹਾਨੂੰ ਮੇਰੀ ਗੱਲ ਨਾਲ ਵਾਹ ਵਾਸਤਾ ਇਸ ਕਰਕੇ ਨਹੀਂ ਕਿਉਂਕਿ ਤੁਹਾਨੂੰ ਲੋੜ ਨਹੀਂ ਆ, ਠੀਕ ਆ। ਕਿਸਾਨ ਜਿਹੜਾ ਆ ਉਹਨੂੰ ਉਹਦੀ ਫਸਲ ਦਾ ਕੰਪਲੀਟ ਅਧਿਕਾਰ ਦੇ ਦੇਣਾ ਚਾਹੀਦਾ ਆ। ਤੁਸੀਂ ਇੱਕ ਗੱਲ ਮੈਨੂੰ ਦੱਸੋ, ਕਿੱਲੇ ਦੀ ਕੀਮਤ ਚਲੋ 25-30 ਲੱਖ ਰੁਪਈਆ ਵੀ ਹੈ, ਕਈ ਥਾਵਾਂ 'ਤੇ 1 ਕਰੋੜ ਵੀ ਹੈਗੀ ਆ। ਜੇ ਤੁਹਾਡੇ ਕੋਲ 1 ਕਰੋੜ ਕੈਸ਼ ਹੋਵੇ ਤਾਂ ਕਿੰਨਾ ਵਿਆਜ ਮਿਲਦਾ, ਸੋਚ ਕੇ ਦੇਖੋ, ਠੀਕ ਹੈ। ਕੀ ਓਨਾ ਪੈਸਾ 1 ਕਿੱਲੇ 'ਚੋਂ ਇੱਕ ਜੱਟ ਕਮਾ ਰਿਹਾ, ਠੀਕ ਹੈ। ਸੋ ਇਹ ਥੋੜ੍ਹੇ ਜਿਹੇ ਮਸਲੇ ਵਿਚਾਰਨ ਵਾਲੇ ਨੇ। ਅਤੇ ਬਾਕੀ ਮੈਂ ਇਹ ਬੇਨਤੀ ਕਰੂੰਗਾ ਕਿ ਸਾਡੇ ਵਰਗੇ ਬੰਦਿਆਂ ਨੂੰ ਛੱਡ ਕੇ ਅਸੀਂ ਤਾਂ ਚਲੋ ਫੇਸਿਸ ਜਾਂ ਤੁਸੀਂ ਤਾਂ ਸਾਡੀ ਇੰਟਰਵਿਊ ਕਰਦੇ ਹੋ, ਪਰ ਇੰਟਰਵਿਊ ਇਸ ਵੇਲੇ ਕਰਨੀ ਉਹਨਾਂ ਦੀ ਬਣਦੀ ਜਿਹੜੇ ਬੁੱਧੀਜੀਵੀ ਨੇ, ਜਿਹੜੇ ਪੰਜਾਬ ਦੇ ਨਾਲ ਕੀ ਹੋਇਆ ਉਹਨੂੰ ਸਾਡੇ ਨਾਲੋਂ ਵੀ ਬਿਹਤਰ ਸਮਝਦੇ ਨੇ, ਕਿਉਂਕਿ ਅਸੀਂ ਉਹਨਾਂ ਕੋਲੇ ਜਾ ਕੇ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਵੀ ਹੋਇਆ ਕੀ ਸਾਡੇ ਨਾਲ, ਕੀ ਵਾਪਰਿਆ। ਅਤੇ ਮੈਂ ਬੇਨਤੀ ਤੁਹਾਨੂੰ ਵੀ ਇਹ ਕਰੂੰਗਾ ਵੀ ਤੁਸੀਂ ਵੀ ਉਹਨਾਂ ਕੋਲੇ ਜਾ ਕੇ ਇਹ ਗੱਲਬਾਤ ਜਿਹੜੀ ਹੈ ਸਿਲਸਿਲਾ ਤੋਰੋ, ਫਿਰ ਹੀ ਪੰਜਾਬ 'ਚ ਅਵੇਅਰਨੈਸ ਆਉਣੀ ਹੈ। ਥੈਂਕ ਯੂ। ਸੋ ਇਹ ਸੀ ਵੀਰ ਸਿੰਘ ਜਿਨ੍ਹਾਂ ਨੇ ਕਿ ਕਿਸਾਨੀ ਮੁੱਦੇ 'ਤੇ ਗੱਲਬਾਤ ਕੀਤੀ, ਜਿਹੜੇ ਕਿਸਾਨਾਂ ਦੇ ਖੇਤੀ ਸੁਧਾਰ ਬਿੱਲ ਜਿਹੜਾ ਕਾਨੂੰਨ ਦਾ ਰੂਪ ਲੈ ਚੁੱਕਾ ਹੈ ਉਸ ਦੇ ਵਿਰੋਧ ਜਿਹੜਾ ਹਰ ਪੰਜਾਬ ਦਾ ਕਿਸਾਨ ਜਿਹੜਾ ਕਰ ਰਿਹਾ, ਉਸ ਮੁੱਦੇ 'ਤੇ ਗੱਲਬਾਤ ਸਾਡੇ ਨਾਲ ਵੀਰ ਸਿੰਘ ਨੇ ਕੀਤੀ। ਮੁਕੇਸ਼ ਮਹਿਰਾ, ਸੁਰਖਾਬ TV, ਲੁਧਿਆਣਾ।